श्रीलंका विच पिछले 1.5 महीने तो एमरजेंसी चल रही है। देश विच आर्थिक संकट दे ਬੱਦਲ मंडरा रहे ने, महंगाई आसमान ਨੂੰ छू रही है। देश विच तेल ਅਤੇ बिजली ਦੀ ਵੱਡੀ ਮਾਤਰਾ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਦੇਸ਼ ਵਿੱਚ ਖਾਣ ਪੀਣ ਦੇ ਸਮਾਨ ਦੀ ਕੀਮਤ ਇੰਨੀ ਵੱਧ ਹੋ ਗਈ ਹੈ ਕਿ ਇੱਕ ਨਾਰਮਲ ਇਨਸਾਨ ਤਾਂ ਉਸ ਨੂੰ ਖਰੀਦ ਹੀ ਨਹੀਂ ਸਕਦਾ। ਦੇਸ਼ ਵਿੱਚ ਕਾਗਜ਼ ਦੀ ਕਮੀ ਹੋਣ ਕਾਰਨ ਵਿਦਿਆਰਥੀਆਂ ਦੇ ਐਗਜ਼ਾਮ ਵੀ ਡਿਲੇ ਕਰ ਦਿੱਤੇ ਗਏ ਨੇ। ਸ਼੍ਰੀਲੰਕਾ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਦੇਸ਼ ਆਰਥਿਕ ਯਾਨੀ ਇਕਨੋਮਿਕ ਸੰਕਟ ਤੋਂ ਗੁਜ਼ਰ ਰਿਹਾ ਹੈ। ਹੁਣ ਇੱਥੇ ਕੀ ਕਾਰਨ ਨੇ ਜੋ श्रीलंका दी ऐनी नाजुक स्थिति हो गई है, आइए जानते हैं इस वीडियो दे विच। श्रीलंका में हालात बहुत खराब हैं। वहाँ इमरजेंसी के साथ 36 घंटे का पुलिस कर्फ्यू भी लगा हुआ है। खाने पीने के सामान की कमी के साथ लोग पेट्रोल डीजल की कमी से भी जूझ रहे हैं। श्रीलंका के गुस्साए लोगों ने राष्ट्रपति के आवास पर धावा बोलने की कोशिश की, जहां उनका सामना पानी की तेज बौछारों और आंसू गैस के गोलों से हुआ। Give it to people who actually can do something, okay, and just leave the country because this is enough. सत श्री अकाल, नमस्कार, आदाब। उम्मीद है तुसी बिल्कुल ठीक हो। आज़ादी तो बाद श्रीलंका पहली बार आर्थिक संकट की चपेट ਵਿੱਚ आया है। महंगाई 17.5% ਦੇ ਸਭ ਤੋਂ ਉੱਚੇ ਪੱਧਰ ਤੇ ਹੈ, ਜਿਸ ਦੇ ਕਾਰਨ ਖਾਣ ਪੀਣ ਦੀਆਂ ਵਸਤੂਆਂ ਜਿਵੇਂ ਕਿ 1 ਕਿਲੋ ਚਾਵਲ ਦੀ ਕੀਮਤ 500 श्रीलंकन ਰੁਪਏ ਹੋ ਗਏ ਹਨ, ਜੋ ਇਸ ਸੰਕਟ ਤੋਂ ਪਹਿਲਾਂ 80 ਰੁਪਏ ਹੋਇਆ ਕਰਦੇ ਸਨ। 400 ਗ੍ਰਾਮ ਦੁੱਧ ਦੇ ਪੈਕੇਟ ਦੀ ਕੀਮਤ 250 ਰੁਪਏ ਤੋਂ ਵੀ ਜ਼ਿਆਦਾ ਹੋ ਗਈ ਹੈ, ਜੋ ਆਮ ਤੌਰ ਤੇ 60 ਰੁਪਏ ਦਾ ਹੋਇਆ ਕਰਦਾ ਸੀ। ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ श्रीलंका ਕੋਲ ਫਰਵਰੀ ਮਹੀਨੇ ਵਿੱਚ 2.3 ਬਿਲੀਅਨ ਫੋਰਨ ਕਰੰਸੀ ਹੀ ਬਚੀ ਹੋਈ ਸੀ। ਜੇ ਇਸ ਦੀ ਫਰਵਰੀ 2020 ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 70% ਤੱਕ ਥੱਲੇ ਡਿੱਗ ਗਿਆ ਹੈ। ਜੇ ਕਿਸੇ ਦੇਸ਼ ਕੋਲ ਫੋਰਨ ਕਰੰਸੀ ਬਹੁਤ ਘੱਟ ਰਹਿ ਜਾਣ ਤਾਂ ਉਸ ਦੇਸ਼ ਨੂੰ ਦੂਜੇ ਦੇਸ਼ਾਂ ਤੋਂ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਖਰੀਦਣ 'ਚ ਮੁਸ਼ਕਲਾਂ ਆ ਜਾਂਦੀਆਂ ਨੇ। ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਉੱਤੇ $4 ਬਿਲੀਅਨ ਦਾ ਕਰਜ਼ਾ ਹੈ। ਸ਼੍ਰੀਲੰਕਾ ਆਪਣੇ ਗੁਆਂਢੀ ਦੇਸ਼ਾਂ ਤੋਂ ਅਤੇ ਵਰਲਡ ਬੈਂਕ ਤੋਂ ਕਰਜ਼ਾ ਮੰਗ ਰਿਹਾ ਹੈ ਤਾਂ ਕਿ ਉਹ ਆਪਣੇ ਦੇਸ਼ ਦੀ ਹਾਲਤ ਸੁਧਾਰ ਸਕੇ। ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਸ਼੍ਰੀਲੰਕਾ ਦੀ ਇਹ ਹਾਲਤ ਕਿਉਂ ਹੋਈ। दोस्तों ਇੱਥੇ ਕੋਈ ਇੱਕ ਕਾਰਨ ਨਹੀਂ ਹੈ ਜਿਸ ਦੀ ਵਜ੍ਹਾ ਕਾਰਨ ਸ਼੍ਰੀਲੰਕਾ ਦੀ ਅੱਜ ਇਹ ਹਾਲਤ ਹੈ। ਸ਼੍ਰੀਲੰਕਾ ਦੀ ਇਸ ਹਾਲਤ ਪਿੱਛੇ ਕਈ ਕਾਰਨ ਨੇ। ਸ਼੍ਰੀਲੰਕਾ ਦੀ ਟੋਟਲ ਜੀਡੀਪੀ ਵਿੱਚ 12 ਤੋਂ 13% ਹਿੱਸਾ ਟੂਰਿਜ਼ਮ ਤੋਂ ਆਉਂਦਾ ਹੈ, ਪਰ ਅਪ੍ਰੈਲ 2019 ਵਿੱਚ ਕਈ ਜਗ੍ਹਾ ਤੇ ਬੰਬ ਧਮਾਕੇ ਹੋਏ, ਜਿਸ ਵਿੱਚ 3 ਚਰਚ ਅਤੇ 3 ਹੋਟਲਾਂ ਨੂੰ ਟਾਰਗੇਟ ਕੀਤਾ ਗਿਆ, ਜਿਸ ਦੇ ਕਾਰਨ 269 ਲੋਕ ਮਾਰੇ ਗਏ, 500 ਤੋਂ ਵੀ ਜ਼ਿਆਦਾ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ। ਇਹਨਾਂ ਵਿੱਚੋਂ 45 ਲੋਕ ਟੂਰਿਸਟ ਸਨ। ਇਹਨਾਂ ਧਮਾਕਿਆਂ ਦੇ ਕਾਰਨ ਕਾਫੀ ਹੱਦ ਤੱਕ ਟੂਰਿਸਟ ਦਾ ਆਉਣਾ श्रीलंका ਵਿੱਚ ਘੱਟ ਹੋ ਗਿਆ। ਇਹ ਤਾਂ ਇੱਕ ਛੋਟੀ ਜਿਹੀ ਸ਼ੁਰੂਆਤ ਸੀ। ਫਿਰ ਆਇਆ ਮਾਰਚ 2020 ਤੇ ਕਰੋਨਾ ਵਾਇਰਸ ਦਾ ਦੌਰ, ਜਿਸ ਦੇ ਕਾਰਨ ਪੂਰੀ ਦੁਨੀਆ ਵਿੱਚ ਟੂਰਿਸਟ ਸੈਕਟਰ ਦਾ ਕੰਮ ਬੰਦ ਹੋ ਗਿਆ। ਸ਼੍ਰੀਲੰਕਾ ਦੀ ਜੀਡੀਪੀ ਦਾ ਜੋ 12 ਤੋਂ 13% ਹਿੱਸਾ ਟੂਰਿਸਟ ਤੋਂ ਆਉਂਦਾ ਸੀ, ਉਹ ਬਿਲਕੁਲ ਜ਼ੀਰੋ ਹੋ ਗਿਆ। ਸ਼੍ਰੀਲੰਕਾ ਦੇ ਇਸ ਹਾਲਾਤ ਦਾ ਇੱਕ ਹੋਰ ਵੱਡਾ ਕਾਰਨ ਸੀ ਐਗਰੀਕਲਚਰ ਨੂੰ ਪੂਰੀ ਤਰ੍ਹਾਂ ਆਰਗੈਨਿਕ ਬਣਾ ਦੇਣਾ। ਸ਼੍ਰੀਲੰਕਾ ਦੇ ਪ੍ਰੈਜ਼ੀਡੈਂਟ ਗੋਤਾਬਾਇਆ ਰਾਜਾਪਕਸ਼ਾ ਨੇ 2019 ਦੇ ਇਲੈਕਸ਼ਨ ਵਿੱਚ ਇੱਕ ਵਾਅਦਾ ਕੀਤਾ ਸੀ ਕਿ ਉਹ ਪੂਰੇ ਦੇਸ਼ ਨੂੰ ਐਗਰੀਕਲਚਰ ਵਿੱਚ ਆਰਗੈਨਿਕ ਬਣਾ ਦੇਣਗੇ, ਜਿਸ ਵਿੱਚ ਉਹਨਾਂ ਨੂੰ ਘੱਟੋ ਘੱਟ 10 ਸਾਲ ਲੱਗ ਜਾਣਗੇ। ਪਰ ਕੁਝ ਸਮੇਂ ਬਾਅਦ ਹੀ ਉਹਨਾਂ ਨੇ ਫੈਸਲਾ ਲਿਆ ਕਿ ਅੱਜ ਤੋਂ ਹੀ ਪੂਰਾ ਦੇਸ਼ ਪੂਰੀ ਤਰ੍ਹਾਂ ਆਰਗੈਨਿਕ ਹੈ ਤੇ ਰਸਾਇਣਿਕ ਖਾਦਾਂ ਅਤੇ ਦਵਾਈਆਂ ਤੇ ਬੈਨ ਲਗਾ ਦਿੱਤਾ ਗਿਆ। ਇਸ ਫੈਸਲੇ ਨੂੰ ਲੈਣ ਦਾ ਇੱਕ ਹੋਰ ਵੱਡਾ ਕਾਰਨ ਸੀ ਕਿ ਜੋ ਪੈਸਾ ਰਸਾਇਣਿਕ ਖਾਦਾਂ ਅਤੇ ਦਵਾਈਆਂ ਨੂੰ ਇੰਪੋਰਟ ਕਰਨ ਤੇ ਖਰਚ ਹੋ ਰਿਹਾ ਹੈ, ਉਸ ਨੂੰ ਬਚਾਇਆ ਜਾ ਸਕੇ। ਇਹ ਫੈਸਲਾ ਜਲਦਬਾਜ਼ੀ ਵਿੱਚ ਲਿਆ ਗਿਆ ਸੀ ਤੇ ਜਲਦਬਾਜ਼ੀ ਹਮੇਸ਼ਾ ਖਤਰੇ ਦੀ ਘੰਟੀ ਵਜਾ ਜਾਂਦੀ ਹੈ ਤੇ ਇਹੀ ਹੋਇਆ ਸ਼੍ਰੀਲੰਕਾ ਦੇ ਨਾਲ। ਜਦੋਂ ਅਸੀਂ ਰਸਾਇਣਿਕ ਖਾਦਾਂ ਦੇ ਨਾਲ ਖੇਤੀ ਕਰਦੇ ਹਾਂ ਤਾਂ ਸਾਨੂੰ ਝਾੜ ਵੱਧ ਹੁੰਦਾ ਹੈ, ਪਰ ਜਦੋਂ ਅਸੀਂ ਆਰਗੈਨਿਕ ਖੇਤੀ ਕਰਦੇ ਹਾਂ ਤਾਂ ਉਹੀ ਝਾੜ 20 ਤੋਂ 30% ਤੱਕ ਘੱਟ ਹੁੰਦਾ ਹੈ ਥੋੜੇ ਸਮੇਂ ਲਈ। ਪਰ ਜਦੋਂ ਆਰਗੈਨਿਕ ਖੇਤੀ ਲੰਬੇ ਸਮੇਂ ਲਈ ਕੀਤੀ ਜਾਵੇ ਤਾਂ ਝਾੜ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ। ਸ਼ਾਰਟ ਟਰਮ ਵਿੱਚ ਆਰਗੈਨਿਕ ਖੇਤੀ ਕਰਨ ਦੇ ਕਾਰਨ ਐਗਰੀਕਲਚਰ ਬਿਜ਼ਨਸ ਵਿੱਚ ਸ਼੍ਰੀਲੰਕਾ ਨੂੰ ਵੱਡਾ ਨੁਕਸਾਨ ਝੱਲਣਾ ਪਿਆ, ਕਿਉਂਕਿ ਸ਼੍ਰੀਲੰਕਾ ਵਿੱਚ ਚਾਵਲ ਇੰਨੀ ਮਾਤਰਾ ਵਿੱਚ ਹੁੰਦਾ ਸੀ ਕਿ ਉਹ ਆਪਣੇ ਦੇਸ਼ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਦਾ ਸੀ। ਪਰ ਅਚਾਨਕ ਲਏ ਫੈਸਲੇ ਦੇ ਕਾਰਨ ਸਰਕਾਰ ਨੂੰ 450 ਮਿਲੀਅਨ ਰੁਪਏ ਖਰਚ ਕਰਨੇ ਪਏ ਚਾਵਲ ਨੂੰ ਇੰਪੋਰਟ ਕਰਾਉਣ ਤੇ। ਇਸ ਤੋਂ ਇਲਾਵਾ ਚਾਹ ਦੀ ਪੈਦਾਵਾਰ ਵੀ ਸ਼੍ਰੀਲੰਕਾ ਵਿੱਚ ਕਾਫੀ ਵੱਡੀ ਮਾਤਰਾ ਵਿੱਚ ਹੁੰਦੀ ਸੀ ਤੇ ਸ਼੍ਰੀਲੰਕਾ ਚਾਹ ਨੂੰ ਦੂਜੇ ਦੇਸ਼ਾਂ ਵਿੱਚ ਐਕਸਪੋਰਟ ਕਰਕੇ ਵਿਦੇਸ਼ੀ ਮੁਦਰਾ ਖਰੀਦ ਲੈਂਦਾ ਸੀ। ਪਰ ਆਰਗੈਨਿਕ ਖੇਤੀ ਦੇ ਕਾਰਨ ਇਸ ਧੰਦੇ ਨੂੰ ਵੀ ਕਾਫੀ ਨੁਕਸਾਨ ਹੋਇਆ। ਹੁਣ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਆਇਆ ਹੋਵੇਗਾ ਕਿ ਆਰਗੈਨਿਕ ਖੇਤੀ ਕਰਨਾ ਤਾਂ ਨੁਕਸਾਨ ਦਾ ਸੌਦਾ ਹੈ, ਪਰ ਅਜਿਹੀ ਗੱਲ ਨਹੀਂ ਹੈ। ਆਰਗੈਨਿਕ ਖੇਤੀ ਸਾਡੇ ਅਤੇ ਸਾਡੀ ਜ਼ਮੀਨ ਲਈ ਲਾਭਦਾਇਕ ਹੈ। ਜ਼ਮੀਨ ਨੂੰ ਆਰਗੈਨਿਕ ਬਣਾਉਣ ਲਈ ਟਾਈਮ ਲੱਗਦਾ ਹੈ। ਸ਼ਾਰਟ ਟਰਮ ਵਿੱਚ ਇਸ ਦਾ ਨੁਕਸਾਨ ਹੁੰਦਾ ਹੈ, ਪਰ ਲੌਂਗ ਟਰਮ ਵਿੱਚ ਇਸ ਦਾ ਲਾਭ ਵੀ ਹੁੰਦਾ ਹੈ। ਆਰਗੈਨਿਕ ਖੇਤੀ ਦੀ ਉਦਾਹਰਨ ਸਾਡੇ ਦੇਸ਼ ਦੀ ਸਿੱਕਿਮ ਸਟੇਟ ਹੈ। ਸ਼੍ਰੀਲੰਕਾ ਦੀ ਆਰਥਿਕ ਸਥਿਤੀ ਵਿਗੜਨ ਦਾ ਇੱਕ ਹੋਰ ਕਾਰਨ ਸੀ ਕਰਜ਼ਾ।
ਸ਼੍ਰੀਲੰਕਾ ਤੇ ਕਈ ਦੇਸ਼ਾਂ ਦਾ ਕਰਜ਼ਾ ਸੀ। 2017 ਵਿੱਚ ਸ਼੍ਰੀਲੰਕਾ ਤੇ 64 ਬਿਲੀਅਨ ਦਾ ਕਰਜ਼ਾ ਸੀ। ਦੇਸ਼ ਦੀ ਸਾਰੀ ਆਮਦਨ ਵਿੱਚੋਂ 95% ਹਿੱਸਾ ਤਾਂ ਕਰਜ਼ਾ ਮੋੜਨ ਤੇ ਹੀ ਖਰਚ ਹੋ ਜਾਂਦਾ ਸੀ। ਮਾਰਚ 2020 ਦੇ ਸਮੇਂ ਵਿੱਚ ਸ਼੍ਰੀਲੰਕਾ ਤੇ 51 ਬਿਲੀਅਨ ਦਾ ਕਰਜ਼ਾ ਬਾਕੀ ਸੀ, ਜੋ ਅੱਗੇ ਜਾ ਕੇ ਦੇਸ਼ ਦੀ ਆਰਥਿਕ ਸਥਿਤੀ ਵਿਗਾੜਨ ਦਾ ਇੱਕ ਵੱਡਾ ਕਾਰਨ ਬਣਿਆ। ਦੇਸ਼ ਦੀ ਇਸ ਹਾਲਤ ਦਾ ਕਾਰਨ ਲੋਕ ਚਾਈਨਾ ਨੂੰ ਵੀ ਮੰਨਦੇ ਨੇ, ਕਿਉਂਕਿ ਸ਼੍ਰੀਲੰਕਾ ਚਾਈਨਾ ਦਾ ਇੱਕ ਮੋਟੀ ਅਮਾਉਂਟ ਦਾ ਕਰਜ਼ਦਾਰ ਹੈ। ਇਹਨਾਂ ਕਾਰਨਾਂ ਕਰਕੇ ਸ਼੍ਰੀਲੰਕਨ ਰੂਪੀ ਦੀ ਵੈਲਿਊ ਘੱਟ ਹੁੰਦੀ ਜਾ ਰਹੀ ਹੈ ਤੇ ਦੇਸ਼ ਵਿੱਚ ਮਹਿੰਗਾਈ ਵੱਧਦੀ ਜਾ ਰਹੀ ਹੈ। ਡੇਲੀ ਦੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਦੂਜੇ ਦੇਸ਼ ਤੋਂ ਇੰਪੋਰਟ ਕਰਨਾ ਸ਼੍ਰੀਲੰਕਾ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ, ਜਿਸ ਦੇ ਕਾਰਨ ਦੇਸ਼ ਦੀ ਅੱਜ ਇਹ ਹਾਲਤ ਹੋ ਗਈ ਹੈ। ਅਸੀਂ ਸਾਰੇ ਇਹੀ ਅਰਦਾਸ ਕਰਦੇ ਹਾਂ ਕਿ ਸ਼੍ਰੀਲੰਕਾ ਦੀ ਹਾਲਤ ਜਲਦੀ ਤੋਂ ਜਲਦੀ ਸੁਧਰੇ ਤੇ ਦੇਸ਼ ਸਹੀ ਪਟੜੀ ਤੇ ਆਵੇ। ਦੋਸਤੋ, ਉਮੀਦ ਹੈ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।